अध्याय 19वां। इस दे पिछों पिलातूस ने यीशु ਨੂੰ ਲੈ ਕੇ ਕੋਰੜੇ ਮਰਵਾਏ ਅਤੇ ਦੋ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਨੂੰ ਵੈਂਗਣੀ ਰੰਗ ਦੇ ਕੱਪੜੇ ਵੀ ਪਹਿਨਾਏ। ਫਿਰ ਉਹਨਾਂ ਦੇ ਕੋਲ ਆ ਕੇ ਕਹਿਣ ਲੱਗੇ, ਯਹੂਦੀਆਂ ਦੇ ਰਾਜੇ ਦੀ ਜੈ ਹੋ। ਉਹਨਾਂ ਨੇ ਯੀਸ਼ੂ ਨੂੰ ਚਪੇੜਾਂ ਵੀ ਮਾਰੀਆਂ। ਪਿਲਾਤੂਸ ਫਿਰ ਬਾਹਰ ਲੋਕਾਂ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ, ਦੇਖੋ ਮੈਂ ਉਸ ਨੂੰ ਬਾਹਰ ਲਿਆ ਰਿਹਾ ਹਾਂ, ਜਿਸ ਤੋਂ ਤੁਸੀਂ ਜਾਣ ਲਵੋ ਕਿ ਉਸ ਵਿੱਚ ਕੋਈ ਦੋਸ਼ ਨਹੀਂ ਹੈ। ਇਸ ਲਈ ਯੀਸ਼ੂ ਕੰਡਿਆਂ ਦਾ ਤਾਜ ਅਤੇ ਵੈਂਗਣੀ ਕੱਪੜੇ ਪਹਿਨੀ ਬਾਹਰ ਆਏ। ਪਿਲਾਤੂਸ ਨੇ ਉਹਨਾਂ ਨੂੰ ਕਿਹਾ, ਦੇਖੋ ਇਹ ਆਦਮੀ। ਜਦੋਂ ਮਹਾਪੁਰੋਹਿਤਾਂ ਅਤੇ ਉਹਨਾਂ ਦੇ ਸੇਵਕਾਂ ਨੇ ਯੀਸ਼ੂ ਨੂੰ ਦੇਖਿਆ ਤਾਂ ਉੱਚੀ ਉੱਚੀ ਰੌਲਾ ਪਾਉਣ ਲੱਗੇ, ਇਸ ਨੂੰ ਸਲੀਬ ਦਿਓ, ਇਸ ਨੂੰ ਸਲੀਬ ਦਿਓ। ਪਿਲਾਤੂਸ ਨੇ ਅੱਗੋਂ ਕਿਹਾ, ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ ਦਿਓ, ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਲੱਭਿਆ ਹੈ। ਯਹੂਦੀਆਂ ਨੇ ਉੱਤਰ ਦਿੱਤਾ, ਸਾਡੇ ਕੋਲ ਇੱਕ ਧਾਰਮਿਕ ਕਾਨੂੰਨ ਹੈ ਜਿਸ ਅਨੁਸਾਰ ਇਸ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਹੈ, ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ਵਰ ਦਾ ਪੁੱਤਰ ਕਿਹਾ ਹੈ। ਜਦੋਂ ਪਿਲਾਤੂਸ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ। ਉਹ ਫਿਰ ਰਾਜ ਭਵਨ ਦੇ ਅੰਦਰ ਗਿਆ ਅਤੇ ਯੀਸ਼ੂ ਤੋਂ ਪੁੱਛਿਆ, ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਪਰ ਯੀਸ਼ੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ। ਪਿਲਾਤੂਸ ਨੇ ਯੀਸ਼ੂ ਨੂੰ ਕਿਹਾ, ਕੀ ਤੂੰ ਮੇਰੇ ਨਾਲ ਵੀ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡ ਦੇਣ ਦਾ ਅਧਿਕਾਰ ਵੀ ਹੈ ਅਤੇ ਸਲੀਬ ਉੱਤੇ ਚੜਾ ਦੇਣ ਦਾ ਅਧਿਕਾਰ ਵੀ ਹੈ? ਯੀਸ਼ੂ ਨੇ ਉੱਤਰ ਦਿੱਤਾ, ਜੇਕਰ ਤੁਹਾਨੂੰ ਇਹ ਅਧਿਕਾਰ ਉੱਤੋਂ ਨਾ ਦਿੱਤਾ ਜਾਂਦਾ ਤਾਂ ਤੁਹਾਨੂੰ ਮੇਰੇ ਉੱਤੇ ਥੋੜਾ ਜਿੰਨਾ ਵੀ ਅਧਿਕਾਰ ਨਾ ਹੁੰਦਾ। ਇਸ ਲਈ ਉਹ ਜਿੰਨਾ ਮੈਨੂੰ ਤੁਹਾਡੇ ਹੱਥੀ ਦਿੱਤਾ ਹੈ ਉਹਨਾਂ ਦਾ ਪਾਪ ਬਹੁਤਾ ਹੈ। ਇਹ ਸੁਣਨ ਤੋਂ ਪਿੱਛੋਂ ਪਿਲਾਤੂਸ ਯੀਸ਼ੂ ਨੂੰ ਛੱਡ ਦੇਣ ਦਾ ਹੋਰ ਵੀ ਯਤਨ ਕਰਨ ਲੱਗਾ, ਪਰ ਯਹੂਦੀ ਹੋਰ ਵੀ ਉੱਚੀ ਦੇ ਕੇ ਬੋਲੇ, ਜੇਕਰ ਤੁਸੀਂ ਇਸ ਨੂੰ ਛੱਡਦੇ ਹੋ ਤਾਂ ਤੁਸੀਂ ਕੈਸਰ ਅਰਥਾਤ ਸਮਰਾਟ ਦੇ ਮਿੱਤਰ ਨਹੀਂ ਹੋ, ਕਿਉਂਕਿ ਜੋ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ ਉਹ ਕੈਸਰ ਦਾ ਵੈਰੀ ਹੈ। ਪਿਲਾਤੂਸ ਨੇ ਜਦੋਂ ਇਹ ਸੁਣਿਆ ਤਾਂ ਉਹ ਯੀਸ਼ੂ ਨੂੰ ਬਾਹਰ ਲੈ ਆਇਆ ਅਤੇ ਆਪ ਨਿਆਂ ਵਾਲੀ ਜਗ੍ਹਾ ਉੱਤੇ ਬੈਠ ਗਿਆ, ਜਿਸ ਨੂੰ ਚਬੂਤਰਾ ਅਤੇ ਇਬਰਾਨੀ ਬੋਲੀ ਵਿੱਚ ਗਬਾਬਾ ਕਹਿੰਦੇ ਹਨ। ਇਹ ਪਸਾ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਕੋਈ ਦੁਪਹਿਰ ਦਾ ਵੇਲਾ ਸੀ। ਉਸਨੇ ਯਹੂਦੀਆਂ ਨੂੰ ਕਿਹਾ, ਦੇਖੋ ਤੁਹਾਡਾ ਰਾਜਾ। ਉਹ ਉੱਚੀ ਦੇ ਕੇ ਬੋਲੇ, ਇਸ ਨੂੰ ਲੈ ਜਾਓ, ਇਸ ਨੂੰ ਸਲੀਬ ਦਿਓ। ਪਿਲਾਤੂਸ ਨੇ ਉਹਨਾਂ ਨੂੰ ਪੁੱਛਿਆ, ਮੈਂ ਕੀ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ? ਮਹਾਪੁਰੋਹਿਤਾਂ ਨੇ ਉੱਤਰ ਦਿੱਤਾ, ਕੈਸਰ ਤੋਂ ਸਿਵਾਏ ਸਾਡਾ ਹੋਰ ਕੋਈ ਰਾਜਾ ਨਹੀਂ। ਫਿਰ ਪਿਲਾਤੂਸ ਨੇ ਯੀਸ਼ੂ ਨੂੰ ਸਲੀਬ ਉੱਤੇ ਚੜਾਉਣ ਵਾਸਤੇ ਉਹਨਾਂ ਦੇ ਹੱਥੀ ਦੇ ਦਿੱਤਾ। ਪ੍ਰਭੂ ਯੀਸ਼ੂ ਨੂੰ ਸਲੀਬ ਦਿੱਤਾ ਜਾਣਾ। ਇਸ ਲਈ ਉਹ ਯੀਸ਼ੂ ਨੂੰ ਲੈ ਗਏ। ਉਹ ਆਪ ਆਪਣੀ ਸਲੀਬ ਚੁੱਕੀ ਹੋਈ ਬਾਹਰ ਆਏ ਅਤੇ ਖੋਪਰੀ ਨਾਂ ਦੀ ਥਾਂ ਉੱਤੇ ਗਏ, ਜੋ ਇਬਰਾਨੀ ਬੋਲੀ ਵਿੱਚ ਗੁਲਗੁਥਾ ਅਖਵਾਉਂਦੀ ਹੈ। ਉੱਥੇ ਉਹਨਾਂ ਯੀਸ਼ੂ ਨੂੰ ਅਤੇ ਹੋਰ ਦੋ ਆਦਮੀਆਂ ਨੂੰ ਸਲੀਬ ਉੱਤੇ ਚੜਾਇਆ, ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ, ਅਤੇ ਵਿਚਕਾਰ ਯੀਸ਼ੂ ਨੂੰ। ਪਿਲਾਤੂਸ ਨੇ ਇੱਕ ਸੁਰਖੀ ਲਿਖ ਕੇ ਸਲੀਬ ਉੱਤੇ ਲਾ ਦਿੱਤੀ, ਜਿਸ ਵਿੱਚ ਲਿਖਿਆ ਹੋਇਆ ਸੀ, ਨਾਸਰਤ ਨਿਵਾਸੀ ਯੀਸ਼ੂ, ਯਹੂਦੀਆਂ ਦਾ ਰਾਜਾ। ਬਹੁਤ ਸਾਰੇ ਯਹੂਦੀਆਂ ਨੇ ਇਸ ਸੁਰਖੀ ਨੂੰ ਪੜ੍ਹਿਆ, ਕਿਉਂਕਿ ਉਹ ਥਾਂ ਸ਼ਹਿਰ ਦੇ ਲਾਗੇ ਹੀ ਸੀ ਜਿੱਥੇ ਯੀਸ਼ੂ ਸਲੀਬ ਉੱਤੇ ਚੜਾਏ ਗਏ ਸਨ। ਇਹ ਸੁਰਖੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖੀ ਹੋਈ ਸੀ। ਇਸ ਉੱਤੇ ਯਹੂਦੀਆਂ ਦੇ ਮਹਾਪੁਰੋਹਿਤਾਂ ਨੇ ਪਿਲਾਤੂਸ ਨੂੰ ਕਿਹਾ, ਇਹ ਨਾ ਲਿਖੋ ਯਹੂਦੀਆਂ ਦਾ ਰਾਜਾ, ਪਰ ਇਹ ਕਿ ਉਸਨੇ ਕਿਹਾ ਸੀ, ਮੈਂ ਯਹੂਦੀਆਂ ਦਾ ਰਾਜਾ ਹਾਂ। ਪਿਲਾਤੂਸ ਨੇ ਉੱਤਰ ਦਿੱਤਾ, ਮੈਂ ਜੋ ਲਿਖ ਦਿੱਤਾ ਬਸ ਲਿਖ ਦਿੱਤਾ। ਯੀਸ਼ੂ ਨੂੰ ਸਲੀਬ ਉੱਤੇ ਚੜਾਉਣ ਪਿੱਛੋਂ ਸਿਪਾਹੀਆਂ ਨੇ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ 4 ਹਿੱਸੇ ਕੀਤੇ, ਇੱਕ ਇੱਕ ਹਿੱਸਾ ਹਰ ਇੱਕ ਸਿਪਾਹੀ ਦੇ ਲਈ। ਇਸ ਤਰ੍ਹਾਂ ਉਹਨਾਂ ਚੋਗੇ ਨੂੰ ਵੀ ਲਿਆ ਜੋ ਬਿਨਾਂ ਸਿਉਣ ਦੇ ਸੀ ਅਤੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ। ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ, ਆਓ ਅਸੀਂ ਇਸ ਨੂੰ ਨਾ ਪਾੜੀਏ, ਸਗੋਂ ਇਸ ਉੱਤੇ ਗੁਣਾ ਪਾਈਏ ਅਤੇ ਦੇਖੀਏ ਕਿ ਕਿਸ ਦਾ ਨਿਕਲਦਾ ਹੈ। ਇਹ ਇਸ ਲਈ ਹੋਇਆ ਕਿ ਧਰਮ ਗ੍ਰੰਥ ਦਾ ਲਿਖਿਆ ਹੋਇਆ ਵਾਕ ਪੂਰਾ ਹੋਵੇ। ਉਹਨਾਂ ਨੇ ਮੇਰੇ ਕੱਪੜੇ ਆਪੋ ਵਿੱਚ ਵੰਡ ਲਏ ਅਤੇ ਮੇਰੇ ਕੱਪੜਿਆਂ ਉੱਤੇ ਗੁਣਾ ਪਾਇਆ। ਇਸ ਲਈ ਸਿਪਾਹੀਆਂ ਨੇ ਇਸੇ ਤਰ੍ਹਾਂ ਕੀਤਾ। ਯੀਸ਼ੂ ਦੀ ਸਲੀਬ ਦੇ ਲਾਗੇ ਉਹਨਾਂ ਦੀ ਮਾਂ ਮਰੀਅਮ ਆਪਣੀ ਭੈਣ ਦੇ ਨਾਲ ਖਲੋਤੀ ਸੀ। ਉਹਨਾਂ ਦੇ ਨਾਲ ਕਲੋਪਾਸ ਦੀ ਪਤਨੀ ਮਰੀਅਮ ਅਤੇ ਮਰੀਅਮ ਮਗਦਲੀਨੀ ਵੀ ਸਨ। ਯੀਸ਼ੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਲਾਗੇ ਖੜੇ ਦੇਖਿਆ ਤਾਂ ਉਹ ਆਪਣੀ ਮਾਂ ਨੂੰ ਬੋਲੇ, ਮਾਂ ਦੇਖ ਤੇਰਾ ਪੁੱਤਰ, ਅਤੇ ਚੇਲਿਆਂ ਨੂੰ ਵੀ ਕਿਹਾ, ਦੇਖ ਤੇਰੀ ਮਾਂ। ਉਸ ਵੇਲੇ ਉਹ ਚੇਲਾ ਮਰੀਅਮ ਅਰਥਾਤ ਯੀਸ਼ੂ ਦੀ ਮਾਂ ਨੂੰ
ਆਪਣੇ ਘਰ ਲੈ ਗਿਆ। ਪ੍ਰਭੂ ਯੀਸ਼ੂ ਦੀ ਮੌਤ। ਇਸ ਤੋਂ ਪਿੱਛੋਂ ਯੀਸ਼ੂ ਨੇ ਇਹ ਸਭ ਕੁਝ ਜਾਣ ਕੇ ਪੂਰਾ ਹੋ ਗਿਆ ਹੈ, ਧਰਮ ਗ੍ਰੰਥ ਦੇ ਕਹੇ ਹੋਏ ਵਾਕ ਨੂੰ ਪੂਰਾ ਕਰਨ ਵਾਸਤੇ ਕਿਹਾ, ਮੈਂ ਧਿਆਇਆ ਹਾਂ। ਉੱਥੇ ਖੱਟੀ ਸ਼ਰਾਬ ਨਾਲ ਭਰਿਆ ਹੋਇਆ ਇੱਕ ਭਾਂਡਾ ਰੱਖਿਆ ਹੋਇਆ ਸੀ। ਉਹਨਾਂ ਨੇ ਇੱਕ ਸਪੰਜ ਨੂੰ ਖੱਟੀ ਸ਼ਰਾਬ ਵਿੱਚ ਭਿਉਂ ਕੇ ਇੱਕ ਨੇਜ਼ੇ ਦੇ ਸਿਰ ਲਾ ਕੇ ਯੀਸ਼ੂ ਦੇ ਮੂੰਹ ਨੂੰ ਲਾਇਆ। ਯੀਸ਼ੂ ਨੇ ਖੱਟੀ ਸ਼ਰਾਬ ਲਈ ਅਤੇ ਕਿਹਾ, ਪੂਰਾ ਹੋਇਆ, ਅਤੇ ਨਾਲ ਹੀ ਸਿਰ ਨੀਵਾ ਕਰਕੇ ਜਾਨ ਦੇ ਦਿੱਤੀ। ਪ੍ਰਭੂ ਯੀਸ਼ੂ ਦੀ ਵੱਖੀ ਵਿੱਚ ਨੇਜਾ ਮਾਰਿਆ ਜਾਣਾ। ਇਹ ਸ਼ਬਦ ਤੋਂ ਪਹਿਲੇ ਤਿਆਰੀ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਪਿਲਾਤੂਸ ਦੇ ਅੱਗੇ ਬੇਨਤੀ ਕੀਤੀ, ਉਹਨਾਂ ਲੋਕਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਸਲੀਬਾਂ ਉੱਤੋਂ ਲਾ ਲਏ ਜਾਣ, ਤਾਂ ਜੋ ਉਹਨਾਂ ਦੇ ਸਰੀਰ ਸਬਤ ਦੇ ਦਿਨ ਸਲੀਬਾਂ ਉੱਤੇ ਨਾ ਰਹਿਣ, ਕਿਉਂਕਿ ਉਹ ਸਬਤ ਦਾ ਦਿਨ ਇੱਕ ਖਾਸ ਦਿਨ ਸੀ। ਇਸ ਲਈ ਸਿਪਾਹੀ ਗਏ ਅਤੇ ਪਹਿਲਾਂ ਉਹਨਾਂ ਦੋਹਾਂ ਆਦਮੀਆਂ ਦੀਆਂ ਲੱਤਾਂ ਤੋੜੀਆਂ ਜੋ ਯੀਸ਼ੂ ਦੇ ਨਾਲ ਸਲੀਬ ਦਿੱਤੇ ਗਏ ਸਨ। ਫਿਰ ਜਦੋਂ ਉਹ ਯੀਸ਼ੂ ਕੋਲ ਆਏ, ਉਹਨਾਂ ਦੇਖਿਆ ਕਿ ਉਹ ਪਹਿਲਾਂ ਹੀ ਮਰ ਚੁੱਕੇ ਹਨ, ਇਸ ਲਈ ਉਹਨਾਂ ਯੀਸ਼ੂ ਦੀਆਂ ਲੱਤਾਂ ਨਾ ਤੋੜੀਆਂ। ਪਰ ਇੱਕ ਸਿਪਾਹੀ ਨੇ ਉਹਨਾਂ ਦੀ ਵੱਖੀ ਦੇ ਵਿੱਚ ਨੇਜ਼ਾ ਮਾਰਿਆ। ਤੁਰੰਤ ਹੀ ਵੱਖੀ ਵਿੱਚੋਂ ਲਹੂ ਅਤੇ ਪਾਣੀ ਵਗ ਪਿਆ। ਜਿਸਨੇ ਇਹ ਸਭ ਕੁਝ ਹੁੰਦਾ ਦੇਖਿਆ ਸੀ, ਉਸਨੇ ਗਵਾਹੀ ਦਿੱਤੀ ਹੈ। ਉਸ ਦੀ ਗਵਾਹੀ ਸੱਚੀ ਹੈ। ਉਹ ਆਪ ਵੀ ਜਾਣਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ, ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ। ਇਹ ਇਸ ਲਈ ਹੋਇਆ ਕਿ ਧਰਮ ਗ੍ਰੰਥ ਦੀ ਇਹ ਗੱਲ ਪੂਰੀ ਹੋਵੇ, ਉਸ ਦੀ ਕੋਈ ਹੱਡੀ ਨਾ ਤੋੜੀ ਗਈ। ਫਿਰ ਇੱਕ ਦੂਜੀ ਥਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਹ ਉਸ ਨੂੰ ਵੇਖਣਗੇ ਜਿਨ੍ਹਾਂ ਉਸ ਨੂੰ ਵਿੰਨਿਆ ਹੈ। ਪ੍ਰਭੂ ਯੀਸ਼ੂ ਦਾ ਕਬਰ ਵਿੱਚ ਰੱਖੇ ਜਾਣਾ। ਇਸ ਤੋਂ ਪਿੱਛੋਂ ਅਰਮੇਤਿਆ ਦੇ ਰਹਿਣ ਵਾਲੇ ਯੂਸਫ ਨੇ, ਜੋ ਯਹੂਦੀਆਂ ਦੇ ਡਰ ਕਰਕੇ ਯੀਸ਼ੂ ਦਾ ਗੁਪਤ ਚੇਲਾ ਸੀ, ਪਿਲਾਤੂਸ ਕੋਲੋਂ ਯੀਸ਼ੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਮੰਗੀ। ਪਿਲਾਤੂਸ ਨੇ ਉਸ ਨੂੰ ਆਗਿਆ ਦੇ ਦਿੱਤੀ, ਇਸ ਲਈ ਉਹ ਆਇਆ ਅਤੇ ਯੀਸ਼ੂ ਦੀ ਲਾਸ਼ ਨੂੰ ਲੈ ਗਿਆ। ਨਿਕਨੇਮ ਵੀ, ਜੋ ਇੱਕ ਵਾਰੀ ਰਾਤ ਨੂੰ ਯੀਸ਼ੂ ਕੋਲ ਆਇਆ ਸੀ, 45 ਕਿਲੋ ਦੇ ਲਗਭਗ ਗੰਧਰਸ, ਜੋ ਦੂਜੇ ਕੀਮਤੀ ਸੁਗੰਧਿਤ ਪਦਾਰਥਾਂ ਨਾਲ ਮਿਲੀ ਹੋਈ ਸੀ, ਲੈ ਕੇ ਆਇਆ। ਇਹਨਾਂ ਦੋਹਾਂ ਨੇ ਯੀਸ਼ੂ ਦੀ ਲਾਸ਼ ਨੂੰ ਸੁਗੰਧਾ ਮੱਲ ਕੇ ਇੱਕ ਮਲਮਲ ਦੇ ਕੱਪੜੇ ਵਿੱਚ ਯਹੂਦੀਆਂ ਦੀ ਦਬਤ ਦੀ ਰੀਤ ਅਨੁਸਾਰ ਲਪੇਟਿਆ। ਜਿੱਥੇ ਯੀਸ਼ੂ ਨੂੰ ਸਲੀਬ ਦਿੱਤੀ ਗਈ ਸੀ, ਉੱਥੇ ਇੱਕ ਬਾਗ ਸੀ। ਉਸ ਬਾਗ ਵਿੱਚ ਇੱਕ ਕਬਰ ਸੀ, ਜਿਸ ਵਿੱਚ ਅਜੇ ਤੱਕ ਕੋਈ ਨਹੀਂ ਰੱਖਿਆ ਗਿਆ ਸੀ। ਯਹੂਦੀਆਂ ਦੀ ਤਿਆਰੀ ਦਾ ਦਿਨ ਹੋਣ ਕਰਕੇ ਅਤੇ ਇਸ ਲਈ ਵੀ ਕਿ ਉਹ ਕਬਰ ਨੇੜੇ ਸੀ, ਉਹਨਾਂ ਯੀਸ਼ੂ ਨੂੰ ਉਸ ਵਿੱਚ ਰੱਖ ਦਿੱਤਾ। ਅਧਿਆਇ 20 ਖਾਲੀ ਕਬਰ। ਐਤਵਾਰ ਦੇ ਦਿਨ ਅੰਮ੍ਰਿਤ ਵੇਲੇ, ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ਉੱਤੇ ਗਈ ਅਤੇ ਕੀ ਦੇਖਦੀ ਹੈ ਕਿ ਕਬਰ ਦੇ ਮੂੰਹ ਉੱਤੋਂ ਪੱਥਰ ਹਟਿਆ ਹੋਇਆ ਹੈ। ਇਸ ਲਈ ਉਹ ਦੌੜਦੀ ਹੋਈ ਸਮੌਨ, ਪਤਰਸ ਅਤੇ ਦੂਜੇ ਚੇਲੇ ਦੇ ਕੋਲ ਗਈ, ਜਿਸ ਨੂੰ ਯੀਸ਼ੂ ਪਿਆਰ ਕਰਦਾ ਸੀ, ਅਤੇ ਉਹਨਾਂ ਨੂੰ ਦੱਸਿਆ, ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ, ਪਤਾ ਨਹੀਂ ਉਹਨਾਂ ਪ੍ਰਭੂ ਨੂੰ ਕਿੱਥੇ ਰੱਖਿਆ ਹੈ। ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਇਆ ਅਤੇ ਕਬਰ ਦੇ ਵੱਲ ਗਏ। ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ, ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ। ਉਸਨੇ ਕਬਰ ਦੇ ਮੂੰਹ ਉੱਤੇ ਝੁਕ ਕੇ ਅੰਦਰ ਕਫਨ ਪਾਇਆ ਹੋਇਆ ਦੇਖਿਆ, ਪਰ ਅੰਦਰ ਨਾ ਗਿਆ। ਉਸ ਦੇ ਪਿੱਛੋਂ ਹੀ ਸਮੌਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ। ਉਸਨੇ ਕਫਨ ਨੂੰ ਉੱਥੇ ਪਿਆ ਦੇਖਿਆ ਅਤੇ ਉਸ ਪਰਨੇ ਨੂੰ ਵੀ, ਜਿਹੜਾ ਯੀਸ਼ੂ ਦੇ ਸਿਰ ਉੱਤੇ ਬੰਨਿਆ ਹੋਇਆ ਸੀ, ਪਰ ਉਹ ਕਫਨ ਦੇ ਨਾਲ ਨਹੀਂ ਸੀ। ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਵੱਖਰਾ ਸਿਰਹਾਣੇ ਵੱਲ ਪਿਆ ਹੋਇਆ ਸੀ। ਫਿਰ ਉਸੇ ਵੇਲੇ ਦੂਜਾ ਚੇਲਾ ਵੀ, ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ, ਅੰਦਰ ਗਿਆ, ਦੇਖਿਆ ਅਤੇ ਵਿਸ਼ਵਾਸ ਕੀਤਾ, ਕਿਉਂਕਿ ਉਹ ਉਸ ਸਮੇਂ ਤੱਕ ਵੀ ਧਰਮ ਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ ਕਿ ਯੀਸ਼ੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ। ਫਿਰ ਉਹ ਦੋਵੇਂ ਚੇਲੇ ਘਰ ਵਾਪਸ ਚਲੇ ਗਏ। ਪ੍ਰਭੂ ਯੀਸ਼ੂ ਦਾ ਮਰੀਅਮ ਮਗਦਲੀਨੀ ਨੂੰ ਦਰਸ਼ਨ ਦੇਣਾ। ਪਰ ਮਰੀਅਮ ਉੱਥੇ ਖਲੋਤੀ ਰੋਂਦੀ ਰਹੀ। ਰੋਂਦਿਆਂ ਹੀ ਉਸਨੇ ਕਬਰ ਦੇ ਵਿੱਚ ਝਾਤੀ ਮਾਰੀ ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਵਿੱਚ, ਜਿੱਥੇ ਯੀਸ਼ੂ ਦੀ ਲਾਸ਼ ਸੀ, ਉੱਥੇ ਬੈਠੇ ਦੇਖਿਆ, ਇੱਕ ਨੂੰ ਸਿਰ ਵਾਲੇ ਪਾਸੇ ਅਤੇ ਦੂਜੇ ਨੂੰ ਪੈਰਾਂ ਵੱਲ। ਸਵਰਗਦੂਤਾਂ ਨੇ ਮਰੀਅਮ ਨੂੰ ਕਿਹਾ, ਬੀਬੀ ਤੂੰ ਕਿਉਂ ਰੋਂਦੀ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਪਤਾ ਨਹੀਂ ਉਹਨਾਂ ਪ੍ਰਭੂ ਨੂੰ ਕਿੱਥੇ ਰੱਖਿਆ ਹੈ। ਇਹ ਕਹਿ ਕੇ ਉਹ ਪਿੱਛੇ ਮੁੜੀ ਤਾਂ ਉਸਨੇ ਯੀਸ਼ੂ ਨੂੰ ਖਲੋਤੇ ਦੇਖਿਆ, ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯੀਸ਼ੂ ਹਨ। ਯੀਸ਼ੂ ਨੇ ਉਸ ਨੂੰ ਕਿਹਾ, ਬੀਬੀ ਤੂੰ ਕਿਉਂ ਰੋਂਦੀ ਹੈ? ਤੂੰ ਕਿਸ ਨੂੰ ਲੱਭ ਰਹੀ ਹੈ? ਪਰ ਮਰੀਅਮ ਨੇ ਉਹਨਾਂ ਨੂੰ ਮਾਲੀ ਸਮਝਦੇ ਹੋਏ ਕਿਹਾ, ਸ਼੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤਾਂ ਮੈਨੂੰ ਦੱਸੋ
ਕਿ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ, ਮੈਂ ਉਹਨਾਂ ਨੂੰ ਲੈ ਜਾਵਾਂਗੀ। ਯੀਸ਼ੂ ਨੇ ਉਸ ਨੂੰ ਕਿਹਾ, ਮਰੀਅਮ। ਇਹ ਸੁਣ ਕੇ ਉਹ ਮੁੜੀ ਅਤੇ ਇੱਕਦਮ ਇਬਰਾਨੀ ਵਿੱਚ ਬੋਲੀ, ਰਬੂਨੀ, ਜਿਸ ਦਾ ਅਰਥ ਹੈ ਗੁਰੂ। ਯੀਸ਼ੂ ਨੇ ਉਸ ਨੂੰ ਕਿਹਾ, ਮੈਨੂੰ ਅਜੇ ਨਾ ਰੋਕ, ਮੈਂ ਅਜੇ ਉਤਾਂ ਪਿਤਾ ਕੋਲ ਨਹੀਂ ਗਿਆ, ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਸ ਦੇ ਕੋਲ ਉਤਾਂ ਜਾ ਰਿਹਾ ਹਾਂ, ਜੋ ਮੇਰੇ ਪਿਤਾ ਅਤੇ ਤੁਹਾਡੇ ਪਿਤਾ, ਮੇਰਾ ਪਰਮੇਸ਼ਵਰ ਅਤੇ ਤੁਹਾਡਾ ਪਰਮੇਸ਼ਵਰ ਹੈ। ਇਸ ਲਈ ਮਰੀਅਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ, ਮੈਂ ਪ੍ਰਭੂ ਨੂੰ ਦੇਖਿਆ ਹੈ, ਅਤੇ ਨਾਲ ਉਹਨਾਂ ਨੂੰ ਪ੍ਰਭੂ ਦਾ ਸੰਦੇਸ਼ ਵੀ ਦਿੱਤਾ। ਪ੍ਰਭੂ ਯੀਸ਼ੂ ਦਾ ਚੇਲਿਆਂ ਨੂੰ ਦਰਸ਼ਨ ਦੇਣਾ। ਐਤਵਾਰ ਨੂੰ ਤਰਕਾਲਾਂ ਦੇ ਵੇਲੇ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਬੰਦ ਕਰੀ ਇੱਕ ਥਾਂ ਇਕੱਠੇ ਹੋਏ ਸਨ, ਤਾਂ ਯੀਸ਼ੂ ਆ ਕੇ ਉਹਨਾਂ ਦੇ ਵਿਚਕਾਰ ਖੜੇ ਹੋ ਗਏ ਅਤੇ ਉਹਨਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ। ਇਹ ਕਹਿ ਕੇ ਉਹਨਾਂ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ। ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਇਸ ਲਈ ਯੀਸ਼ੂ ਨੇ ਫਿਰ ਉਹਨਾਂ ਨੂੰ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਵੀ ਤੁਹਾਨੂੰ ਘੱਲਦਾ ਹਾਂ। ਇਹ ਕਹਿ ਚੁੱਕਣ ਪਿੱਛੋਂ ਯੀਸ਼ੂ ਨੇ ਉਹਨਾਂ ਉੱਤੇ ਸਵਾਸ ਫੂਕਿਆ ਅਤੇ ਆਖਿਆ, ਪਵਿੱਤਰ ਆਤਮਾ ਲਵੋ। ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹ ਮਾਫ ਹੋ ਜਾਣਗੇ, ਅਤੇ ਜੇ ਤੁਸੀਂ ਮਾਫ ਨਾ ਕਰੋਗੇ ਤਾਂ ਉਹ ਮਾਫ ਨਹੀਂ ਕੀਤੇ ਜਾਣਗੇ। ਪ੍ਰਭੂ ਯੀਸ਼ੂ ਅਤੇ ਥੋਮਾ। 12 ਚੇਲਿਆਂ ਵਿੱਚੋਂ ਇੱਕ ਥੋਮਾ ਸੀ, ਜਿਹੜਾ ਦਿਦੁਮੁਸ ਵੀ ਅਖਵਾਉਂਦਾ ਸੀ। ਜਦੋਂ ਯੀਸ਼ੂ ਆਏ ਤਾਂ ਉਹ ਚੇਲਿਆਂ ਦੇ ਨਾਲ ਨਹੀਂ ਸੀ। ਇਸ ਲਈ ਜਦੋਂ ਦੂਜਿਆਂ ਚੇਲਿਆਂ ਨੇ ਉਸ ਨੂੰ ਦੱਸਿਆ, ਅਸੀਂ ਪ੍ਰਭੂ ਯੀਸ਼ੂ ਨੂੰ ਦੇਖਿਆ ਹੈ, ਥੋਮਾ ਨੇ ਉਹਨਾਂ ਨੂੰ ਉੱਤਰ ਦਿੱਤਾ, ਜਦੋਂ ਤੱਕ ਮੈਂ ਉਹਨਾਂ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਦੇਖਾਂ ਅਤੇ ਆਪਣੀ ਉਂਗਲਾਂ ਕਿੱਲਾਂ ਵਾਲੀਆਂ ਥਾਂ ਤੇ ਨਾ ਲਾਵਾਂ ਅਤੇ ਆਪਣੇ ਹੱਥ ਉਹਨਾਂ ਦੀ ਵੱਖੀ ਵਾਲੇ ਜ਼ਖਮ ਦੀ ਥਾਂ ਵਿੱਚ ਨਾ ਪਾਵਾਂ, ਮੈਂ ਵਿਸ਼ਵਾਸ ਨਹੀਂ ਕਰਾਂਗਾ। 8 ਦਿਨਾਂ ਦੇ ਪਿੱਛੋਂ ਚੇਲੇ ਫਿਰ ਘਰ ਵਿੱਚ ਇਕੱਠੇ ਸਨ ਅਤੇ ਥੋਮਾ ਵੀ ਉਹਨਾਂ ਦੇ ਨਾਲ ਸੀ। ਬੂਹੇ ਬੰਦ ਸਨ, ਪਰ ਫਿਰ ਵੀ ਯੀਸ਼ੂ ਅੰਦਰ ਆ ਗਏ ਅਤੇ ਉਹਨਾਂ ਦੇ ਵਿਚਕਾਰ ਖੜੇ ਹੋ ਕੇ ਬੋਲੇ, ਤੁਹਾਨੂੰ ਸ਼ਾਂਤੀ ਮਿਲੇ। ਇਸ ਦੇ ਪਿੱਛੋਂ ਯੀਸ਼ੂ ਨੇ ਥੋਮਾ ਨੂੰ ਆਖਿਆ, ਆਪਣੀ ਉਂਗਲਾਂ ਉਰੇ ਕਰ ਅਤੇ ਦੇਖ ਮੇਰੇ ਹੱਥ, ਨਾਲੇ ਆਪਣੇ ਹੱਥ ਮੇਰੀ ਵੱਖੀ ਵਿੱਚ ਪਾ ਕੇ ਵੀ ਵੇਖ ਅਤੇ ਆਪਣੇ ਸ਼ੱਕ ਨੂੰ ਦੂਰ ਕਰ ਅਤੇ ਵਿਸ਼ਵਾਸ ਕਰ। ਥੋਮਾ ਤੁਰੰਤ ਬੋਲ ਉੱਠਿਆ, ਮੇਰੇ ਪ੍ਰਭੂ, ਮੇਰੇ ਪਰਮੇਸ਼ਵਰ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ ਕਿ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਤੂੰ ਮੈਨੂੰ ਵੇਖ ਲਿਆ ਹੈ, ਪਰ ਧੰਨ ਉਹ ਜਿਹੜੇ ਬਿਨਾਂ ਮੈਨੂੰ ਦੇਖਿਆਂ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ। ਸ਼ੁਭ ਸਮਾਚਾਰ ਲਿਖੇ ਜਾਣ ਦਾ ਮੰਤਵ। ਯੀਸ਼ੂ ਨੇ ਹੋਰ ਵੀ ਬਹੁਤ ਸਾਰੇ ਸੰਕੇਤਕ ਚਿੰਨ੍ਹ ਆਪਣੇ ਚੇਲਿਆਂ ਨੂੰ ਦਿਖਾਏ, ਜਿਹੜੇ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ, ਪਰ ਇਹ ਇਸ ਲਈ ਲਿਖੇ ਗਏ ਹਨ ਕਿ ਤੁਸੀਂ ਵਿਸ਼ਵਾਸ ਕਰੋ ਕਿ ਯੀਸ਼ੂ ਹੀ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ, ਅਤੇ ਇਸ ਵਿਸ਼ਵਾਸ ਦੇ ਰਾਹੀਂ ਉਹਨਾਂ ਦੇ ਨਾਂ ਉੱਤੇ ਜੀਵਨ ਪ੍ਰਾਪਤ ਕਰੋ। ਅਧਿਆਇ 21। ਪ੍ਰਭੂ ਯੀਸ਼ੂ ਦਾ ਝੀਲ ਦੇ ਕੰਢੇ 7 ਚੇਲਿਆਂ ਨੂੰ ਦਰਸ਼ਨ ਦੇਣਾ। ਇਸ ਦੇ ਪਿੱਛੋਂ ਤਿਬੇਰਿਆਸ ਦੀ ਝੀਲ ਦੇ ਕੰਢੇ ਉੱਤੇ ਯੀਸ਼ੂ ਨੇ ਫਿਰ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ। ਉਹਨਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ, ਸਮੌਨ ਪਤਰਸ, ਥੋਮਾ ਅਰਥਾਤ ਦਿਦੁਮੁਸ, ਨਥਾਨੀਏਲ ਜੋ ਗਲੀਲ ਦੇ ਕਾਨਾ ਦਾ ਰਹਿਣ ਵਾਲਾ ਸੀ, ਜਬਦੀ ਦੇ ਦੋਵੇਂ ਪੁੱਤਰ ਅਤੇ ਹੋਰ 2 ਚੇਲੇ ਉੱਥੇ ਸਨ। ਸਮੌਨ ਪਤਰਸ ਨੇ ਉਹਨਾਂ ਨੂੰ ਕਿਹਾ, ਮੈਂ ਤਾਂ ਮੱਛੀਆਂ ਫੜਨ ਜਾ ਰਿਹਾ ਹਾਂ। ਉਹਨਾਂ ਨੇ ਪਤਰਸ ਨੂੰ ਕਿਹਾ, ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਉਹ ਗਏ ਅਤੇ ਬੇੜੀ ਵਿੱਚ ਚੜੇ, ਪਰ ਉਸ ਰਾਤ ਉਹਨਾਂ ਕੁਝ ਨਾ ਫੜਿਆ। ਸਵੇਰਾ ਹੋ ਰਿਹਾ ਸੀ ਕਿ ਯੀਸ਼ੂ ਝੀਲ ਦੇ ਕੰਢੇ ਉੱਤੇ ਖੜੇ ਸਨ, ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਬੱਚਿਓ, ਕੀ ਤੁਹਾਡੇ ਕੋਲ ਖਾਣ ਲਈ ਕੁਝ ਮੱਛੀਆਂ ਹਨ? ਉਹਨਾਂ ਨੇ ਉੱਤਰ ਦਿੱਤਾ, ਨਹੀਂ। ਯੀਸ਼ੂ ਨੇ ਚੇਲਿਆਂ ਨੂੰ ਕਿਹਾ, ਬੇੜੀ ਦੇ ਸੱਜੇ ਪਾਸੇ ਜਾਲ ਸੁੱਟੋ ਤਾਂ ਜੋ ਤੁਸੀਂ ਕੁਝ ਫੜੋਗੇ। ਉਹਨਾਂ ਨੇ ਜਾਲ ਸੁੱਟਿਆ ਤਾਂ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ, ਇੱਥੋਂ ਤੱਕ ਕਿ ਉਹ ਜਾਲ ਖਿੱਚ ਨਾ ਸਕੇ। ਫਿਰ ਉਹ ਚੇਲਾ, ਜਿਸ ਨੂੰ ਯੀਸ਼ੂ ਪਿਆਰ ਕਰਦੇ ਸਨ, ਪਤਰਸ ਨੂੰ ਬੋਲਿਆ, ਇਹ ਤਾਂ ਪ੍ਰਭੂ ਹਨ। ਜਦੋਂ ਪਤਰਸ ਨੇ ਇਹ ਸੁਣਿਆ ਕਿ ਇਹ ਪ੍ਰਭੂ ਹਨ, ਤਾਂ ਉਸਨੇ ਆਪਣਾ ਪਰਨਾ ਲੱਕ ਦੁਆਲੇ ਬੰਨਿਆ, ਕਿਉਂਕਿ ਉਸਨੇ ਸਾਰੇ ਕੱਪੜੇ ਉਤਾਰ ਰੱਖੇ ਸਨ, ਅਤੇ ਝੀਲ ਵਿੱਚ ਛਾਲ ਮਾਰ ਦਿੱਤੀ। ਪਰ ਦੂਜੇ ਚੇਲੇ ਬੇੜੀ ਵਿੱਚ ਹੀ ਰਹੇ ਕਿ ਮੱਛੀਆਂ ਨਾਲ ਭਰੇ ਜਾਲ ਨੂੰ ਖਿੱਚਦੇ ਰਹੇ, ਕਿਉਂਕਿ ਉਹ ਕੰਢੇ ਤੋਂ ਅਧਿਕ ਦੂਰ ਨਹੀਂ ਸਨ, ਕੇਵਲ ਕੋਈ 200 ਮੀਟਰ ਦੀ ਦੂਰੀ ਤੇ ਸਨ। ਜਦੋਂ ਉਹ ਕੰਢੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ
ਅਤੇ ਰੋਟੀ ਦੇਖੀ। ਯੀਸ਼ੂ ਨੇ ਉਹਨਾਂ ਨੂੰ ਆਖਿਆ, ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਲਿਆਓ। ਸਮੌਨ ਨੇ ਬੇੜੀ ਵਿੱਚ ਚੜ੍ਹ ਕੇ ਵੱਡੀਆਂ-ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ, ਜਿਨ੍ਹਾਂ ਦੀ ਗਿਣਤੀ 153 ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ। ਇੰਨੀਆਂ ਮੱਛੀਆਂ ਹੋਣ ਦੇ ਉੱਤੇ ਜਾਲ ਨਾ ਫਟਿਆ। ਯੀਸ਼ੂ ਨੇ ਚੇਲਿਆਂ ਨੂੰ ਕਿਹਾ, ਆਓ ਭੋਜਨ ਕਰੋ। ਚੇਲਿਆਂ ਵਿੱਚੋਂ ਕਿਸੇ ਨੂੰ ਇਹ ਹੌਸਲਾ ਨਾ ਪਿਆ ਕਿ ਯੀਸ਼ੂ ਤੋਂ ਪੁੱਛੇ, ਤੁਸੀਂ ਕੌਣ ਹੋ, ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰਭੂ ਹਨ। ਇਸ ਲਈ ਯੀਸ਼ੂ ਅੱਗੇ ਵਧੇ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ। ਇਸੇ ਤਰ੍ਹਾਂ ਮੱਛੀ ਵੀ। ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਇਹ ਤੀਜੀ ਵਾਰ ਸੀ ਕਿ ਯੀਸ਼ੂ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ। ਪ੍ਰਭੂ ਯੀਸ਼ੂ ਅਤੇ ਪਤਰਸ। ਜਦੋਂ ਉਹ ਭੋਜਨ ਕਰ ਚੁੱਕੇ ਤਾਂ ਯੀਸ਼ੂ ਨੇ ਸਮੌਨ ਪਤਰਸ ਨੂੰ ਕਿਹਾ, ਸਮੌਨ ਯਹੂਨਾ ਦੇ ਪੁੱਤਰ, ਕੀ ਤੂੰ ਮੈਨੂੰ ਇਹਨਾਂ ਨਾਲੋਂ ਅਧਿਕ ਪਿਆਰ ਕਰਦਾ ਹੈ? ਉਸਨੇ ਉੱਤਰ ਦਿੱਤਾ, ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਯੀਸ਼ੂ ਨੇ ਉਸ ਨੂੰ ਕਿਹਾ, ਮੇਰੇ ਲੇਲਿਆਂ ਨੂੰ ਚਰਾ। ਉਹਨਾਂ ਨੇ ਦੂਜੀ ਵਾਰ ਪਤਰਸ ਤੋਂ ਪੁੱਛਿਆ, ਸਮੌਨ ਯਹੂਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ? ਉਸਨੇ ਉੱਤਰ ਦਿੱਤਾ, ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਯੀਸ਼ੂ ਬੋਲੇ, ਮੇਰੀਆਂ ਭੇਡਾਂ ਦੀ ਰਖਵਾਲੀ ਕਰ। ਉਹਨਾਂ ਨੇ ਤੀਜੀ ਵਾਰ ਪੁੱਛਿਆ, ਸਮੌਨ ਯਹੂਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ? ਇਹ ਸੁਣ ਕੇ ਪਤਰਸ ਬਹੁਤ ਦੁਖੀ ਹੋਇਆ ਕਿ ਯੀਸ਼ੂ ਨੇ ਤੀਜੀ ਵਾਰ ਪੁੱਛਿਆ ਹੈ ਕਿ ਤੂੰ ਮੇਰੇ ਨਾਲ ਪਿਆਰ ਕਰਦਾ ਹੈ। ਸੋ ਪਤਰਸ ਨੇ ਕਿਹਾ, ਪ੍ਰਭੂ ਜੀ, ਤੁਸੀਂ ਤਾਂ ਸਭ ਕੁਝ ਜਾਣਦੇ ਹੋ ਅਤੇ ਇਹ ਵੀ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਯੀਸ਼ੂ ਨੇ ਉਸ ਨੂੰ ਕਿਹਾ, ਮੇਰੀਆਂ ਭੇਡਾਂ ਚਰਾ। ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਅਤੇ ਆਪਣੀ ਕਮਰ ਆਪ ਕੱਸ ਕੇ ਜਿੱਥੇ ਚਾਹੁੰਦਾ ਸੀ ਜਾਂਦਾ ਸੀ, ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ ਤਾਂ ਤੂੰ ਹੱਥ ਅੱਗੇ ਕਰੇਂਗਾ ਅਤੇ ਦੂਜਾ ਤੈਨੂੰ ਬੰਨੇਗਾ ਅਤੇ ਜਿੱਥੇ ਤੂੰ ਨਹੀਂ ਚਾਹੇਂਗਾ ਉੱਥੇ ਲੈ ਕੇ ਜਾਏਗਾ। ਯੀਸ਼ੂ ਨੇ ਇਹ ਕਹਿ ਕੇ ਦੱਸਿਆ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਦੇ ਦੁਆਰਾ ਪਰਮੇਸ਼ਵਰ ਦੀ ਵਡਿਆਈ ਕਰੇਗਾ। ਇਹ ਕਹਿ ਚੁੱਕਣ ਦੇ ਪਿੱਛੋਂ ਯੀਸ਼ੂ ਨੇ ਪਤਰਸ ਨੂੰ ਕਿਹਾ, ਮੇਰੇ ਪਿੱਛੇ ਚੱਲ। ਪ੍ਰਭੂ ਯੀਸ਼ੂ ਅਤੇ ਪਿਆਰਾ ਚੇਲਾ। ਪਤਰਸ ਪਿੱਛੇ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦੇ ਦੇਖਿਆ ਜਿਸ ਨੂੰ ਯੀਸ਼ੂ ਪਿਆਰ ਕਰਦੇ ਸਨ। ਇਹ ਉਹ ਚੇਲਾ ਸੀ ਜਿਹੜਾ ਭੋਜਨ ਕਰਦੇ ਹੋਇਆ ਯੀਸ਼ੂ ਦੇ ਸੱਜੇ ਪਾਸੇ ਜੁੜ ਕੇ ਬੈਠਾ ਹੋਇਆ ਸੀ ਅਤੇ ਉਸਨੇ ਪੁੱਛਿਆ ਸੀ, ਪ੍ਰਭੂ ਜੀ, ਉਹ ਕੌਣ ਹੈ ਜੋ ਤੁਹਾਨੂੰ ਫੜਵਾਏਗਾ? ਜਦੋਂ ਪਤਰਸ ਨੇ ਉਸ ਨੂੰ ਦੇਖਿਆ ਤਾਂ ਯੀਸ਼ੂ ਤੋਂ ਪੁੱਛਿਆ, ਪ੍ਰਭੂ ਜੀ, ਇਸ ਦਾ ਕੀ ਹੋਵੇਗਾ? ਯੀਸ਼ੂ ਨੇ ਉਸ ਨੂੰ ਕਿਹਾ, ਜੇਕਰ ਮੈਂ ਚਾਹਾਂ ਕਿ ਇਹ ਮੇਰੇ ਆਉਣ ਤੱਕ ਰਹੇ, ਪਰ ਇਸ ਤੋਂ ਤੈਨੂੰ ਕੀ, ਤੂੰ ਮੇਰੇ ਪਿੱਛੇ ਚੱਲ। ਸੋ ਇਹ ਗੱਲ ਭਰਾਵਾਂ ਵਿੱਚ ਫੈਲ ਗਈ ਕਿ ਉਹ ਚੇਲਾ ਕਦੀ ਨਹੀਂ ਮਰੇਗਾ। ਪਰ ਯੀਸ਼ੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ, ਸਗੋਂ ਇਹ, ਜੇਕਰ ਮੇਰੀ ਮਰਜ਼ੀ ਹੋਵੇ ਕਿ ਉਹ ਮੇਰੇ ਆਉਣ ਤੱਕ ਜ਼ਿੰਦਾ ਰਹੇ, ਪਰ ਇਸ ਤੋਂ ਤੈਨੂੰ ਕੀ। ਇਹ ਉਹੀ ਚੇਲਾ ਹੈ ਜੋ ਇਹ ਗਵਾਹੀ ਦੇ ਰਿਹਾ ਹੈ ਕਿ ਜਿਸ ਨੇ ਇਹ ਗੱਲਾਂ ਲਿਖੀਆਂ ਹਨ, ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ। ਅੰਤਿਕਾ। ਹੋਰ ਵੀ ਬਹੁਤ ਸਾਰੇ ਕੰਮ ਯੀਸ਼ੂ ਨੇ ਕੀਤੇ। ਜੇਕਰ ਸਾਰੇ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸੋਚਦਾ ਹਾਂ ਕਿ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਸਾਰੇ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ।